ਗੁੱਡ ਈਵਨਿੰਗ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪਟਿਆਲਾ ਦੇ YouTube ਚੈਨਲ ਤੇ ਸਟਾਰਟ ਕਰਦੇ ਆ ਆਪਾਂ ਡੇ 21 ਆਫ ਆਰ ਡੇਲੀ ਆਨਸਰ ਰਾਈਟਿੰਗ। ਬੇਸਿਕਲੀ ਅੱਜ ਜੋ ਆਪਾਂ ਟੌਪਿਕ ਨੂੰ ਕਵਰ ਕਰਨਾ ਹੈ ਉਹ ਹੈ ਸੈਂਸਸ 2027। ਸੈਂਸਸ 2027 ਅਗਰ ਤੁਸੀਂ ਅੱਜ ਨਿਊਜ਼ਪੇਪਰ ਦੇ ਵਿੱਚ ਪੜ੍ਹਿਆ ਹੋਵੇ ਤਾਂ ਇੱਕ ਨਿਊਜ਼ ਆਈ ਹੈ ਜਿਹਦੇ ਵਿੱਚ ਕੀ ਲਿਖਿਆ ਹੈ ਕਿ ਅਰਾਊਂਡ ਜੋ ਸੈਂਸਸ ਦਾ ਕੁਐਸਚਨਰ ਹੈ ਉਹਦੇ ਵਿੱਚ ਕੁਝ 40 ਅਰਾਊਂਡ ਕੁਐਸਚਨਸ ਹੋ ਗਏ। ਤਾਂ ਇੱਥੇ ਇੱਕ ਸਵਾਲ ਇਹ ਆਉਂਦਾ ਹੈ ਕਿ ਕੁਐਸਚਨਸ ਜੋ ਨੰਬਰ ਹੈ ਪਹਿਲਾਂ 29 ਸੀ ਉਹ ਵੱਧ ਕੇ 40 ਹੋਏ, ਇਹ ਕਿੰਨਾ ਕੁ ਮੈਟਰ ਕਰਦਾ ਹੈ? ਇਹ ਬਿਲਕੁਲ ਮੈਟਰ ਨਹੀਂ ਕਰਦਾ ਕਿ ਕੁਐਸਚਨਸ ਕਿੰਨੇ ਆ, ਪਰ ਕਿਤੇ ਨਾ ਕਿਤੇ ਆਪਣੇ ਲਈ ਜੋ ਮੇਜਰ ਚੀਜ਼ ਮੈਟਰ ਕਰਦੀ ਹੈ ਉਹ 11 ਕੁਐਸਚਨਸ ਜੋ ਵਧਿਆ ਉਹਨਾਂ ਵਿੱਚ ਹੈ ਕਿ ਉਹਦੇ ਵਿੱਚ ਇੱਕ ਚੀਜ਼ ਆਧਾਰ ਕਾਰਡ ਹੈ, ਉਹਦੇ ਵਿੱਚ ਇੱਕ ਚੀਜ਼ ਤੁਹਾਡਾ ਫੋਨ ਨੰਬਰ ਹੈ, ਸਭ ਤੋਂ ਇੱਕ ਥੋੜੀ ਅਨਯੂਜੂਅਲ ਚੀਜ਼ ਹੈ ਕਿ ਤੁਸੀਂ ਕੋਵਿਡ-19 ਦੀ ਵੈਕਸੀਨ ਕਿੱਥੇ ਲਗਵਾਈ ਸੀ, ਮਤਲਬ ਪਲੇਸ ਆਫ ਵੈਕਸੀਨੇਸ਼ਨ ਕੀ ਸੀ। ਪਲੱਸ ਜੋ ਆਪਣਾ ਸੈਂਸਸ 2027 ਹੈ ਇਹਦੇ ਵਿੱਚ ਇੱਕ ਡਿਸਟਿੰਕਸ਼ਨ ਹੈ ਕਿ ਜੋ ਤੁਹਾਡੀ ਕਾਸਟ ਹੈ, ਕਾਸਟ ਨੂੰ ਤੁਸੀਂ ਸੈਲਫ ਇਨਿਊਮਰੇਟ ਕਰਕੇ ਦੱਸ ਸਕਦੇ ਹੋ। ਸੈਲਫ ਇਨਿਊਮਰੇਟ ਕਰਕੇ ਮਤਲਬ ਕਿ ਪਹਿਲਾਂ ਜੋ ਹੁੰਦਾ ਸੀ ਗਵਰਨਮੈਂਟ ਆਪਦੇ ਡਾਟਾ ਨਾਲ ਵੈਰੀਫਾਈ ਕਰਦੀ ਸੀ, ਹੁਣ ਸਰਕਾਰ ਸਿੱਧਾ ਤੁਹਾਨੂੰ ਪੁੱਛੇਗੀ ਹੁਣ ਸਰਕਾਰ ਸਿੱਧਾ ਤੁਹਾਨੂੰ ਪੁੱਛੇਗੀ ਕਿ ਤੁਹਾਡੀ ਕਾਸਟ ਕੀ ਹੈ, ਜੋ ਤੁਸੀਂ ਵਰਬਲੀ ਦੱਸੋਗੇ ਉਹ ਬੇਸਿਕਲੀ ਤੁਹਾਡੀ ਕਾਸਟ ਦੇ ਵਿੱਚ ਆ ਜਾਏਗਾ, ਪਹਿਲਾ ਪੁਆਇੰਟ। ਦੂਜਾ ਪੁਆਇੰਟ, ਤੁਸੀਂ ਸੈਲਫ ਇਨਿਊਮਰੇਟ ਵੀ ਕਰ ਸਕਦੇ ਹੋ। ਸੈਲਫ ਇਨਿਊਮਰੇਟ ਮਤਲਬ ਇੱਕ ਵਿੰਡੋ ਦਾ ਬੇਸਿਕਲੀ ਕੁਝ 5-7 ਕੁਐਸਚਨਸ ਦਾ ਸੈਲਫ ਇਨਿਊਮਰੇਸ਼ਨ ਫਾਰਮ ਖੁੱਲੇਗਾ ਜੋ ਤੁਸੀਂ ਡਿਜੀਟਲੀ ਖੁਦ ਵੀ ਭਰ ਸਕਦੇ ਹੋ। ਉਹਦੇ ਵਿੱਚ ਕਾਸਟ ਨੂੰ ਲੈ ਕੇ ਬੇਸਿਕਲੀ ਡਾਟਾ ਜੋ ਹੈ ਉਹਦੇ ਵਿੱਚ ਜੋ ਕੋਲਮ ਹੈ ਕਾਸਟ ਦਾ ਉਹ ਵੀ ਉਹਦੇ ਵਿੱਚ ਇੰਕਲੂਡਡ ਹੈ। ਤਾਂ ਜੋ ਸਾਰਾ ਬੇਸਿਕਲੀ ਇਸ਼ੂ ਰਿਵੋਲਵ ਕਰ ਰਿਹਾ ਉਹ ਇਸ਼ੂ ਇਸ ਤੇ ਗੱਲ ਰਿਵੋਲਵ ਕਰ ਰਿਹਾ ਕਿ 2027 ਪਹਿਲਾਂ ਤਾਂ ਇਹੋ ਜਿਹਾ ਸੈਂਸਸ ਹੈ। ਅਗਰ ਮੈਂ ਤੁਹਾਨੂੰ ਥੋੜਾ ਜਿਹਾ ਪ੍ਰੀਲਿਮਸ ਦੇ ਫੈਕਟ ਨਾਲ ਵੀ ਦੱਸਾਂ 1931 ਤੋਂ ਬਾਅਦ 2027 ਵਾਲਾ ਜੋ ਸੈਂਸਸ ਹੋਊਗਾ, ਆਈ ਹੋਪ ਤੁਹਾਨੂੰ ਵਿਜ਼ੀਬਲ ਹੋਏਗਾ, ਜਸਟ ਅ ਸੈਕਿੰਡ। ਹਾਂਜੀ, ਜੋ 1931 ਤੋਂ ਬਾਅਦ ਜੋ ਆਪਣਾ 2027 ਦਾ ਸੈਂਸਸ ਹੈ ਇਹ ਪਹਿਲਾ ਇਹੋ ਜਿਹਾ ਸੈਂਸਸ ਹੋਊਗਾ ਜਿਹਦੇ ਵਿੱਚ ਤੁਹਾਡੀ ਕਾਸਟ ਵੀ ਵਿਦਿਨ ਸੈਂਸਸ ਇੰਕਲੂਡ ਹੋਊਗੀ। ਤਾਂ ਇੱਥੇ ਸਭ ਤੋਂ ਵੱਡਾ ਇੱਕ ਤਾਂ ਇਹ ਪੁਆਇੰਟ ਹੈ ਕਿ ਕੀ ਇੰਡੀਪੈਂਡੈਂਸ ਤੋਂ ਬਾਅਦ ਆਪਣਾ ਕੋਈ ਵੀ ਕਾਸਟ ਦੇ ਵਿੱਚ ਕਾਸਟ ਸੈਂਸਸ ਦੇ ਵਿੱਚ ਕਾਸਟ ਸੈਂਸਸ ਆਇਆ? ਦ ਆਨਸਰ ਇਜ਼ ਨੋਟ। ਬਟ ਇੱਥੇ ਜੋ ਬੇਸਿਕਲੀ ਅੱਜ ਦਾ ਮੁੱਦਾ ਹੈ ਉਹ ਮੁੱਦਾ ਇਹ ਹੈ ਕਿ ਜੋ ਤੁਸੀਂ ਸੈਲਫ ਇਨਿਊਮਰੇਸ਼ਨ ਕਾਸਟ ਸਟੇਟਸ ਦੀ ਗੱਲ ਕਰ ਰਹੇ ਹੋ ਇਹਦੇ ਵਿੱਚ ਕੀ ਫਾਇਦੇ ਹੈ ਤੇ ਕੀ ਨੁਕਸਾਨ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਫਾਇਦਾ ਦੀ ਤਾਂ ਬੇਸਿਕਲੀ ਆਪਾਂ ਨੂੰ ਇੱਕ ਟਾਰਗੇਟਡ ਡਿਲੀਵਰੀ ਦੇਖਣ ਨੂੰ ਮਿਲ ਸਕਦੀ ਹੈ, ਟਾਰਗੇਟਡ ਡਿਲੀਵਰੀ, ਕਿਉਂਕਿ ਆਪਣੇ ਕੋਲ ਐਗਜ਼ੈਕਟ ਡਾਟਾ ਹੋਏਗਾ। ਐਗਜ਼ੈਕਟ ਡਾਟਾ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ ਬੇਸਿਕਲੀ, ਜਸਟ ਅ ਸੈਕਿੰਡ, ਹਾਂ, ਐਗਜ਼ੈਕਟ ਕਾਸਟ ਦੇ ਡਾਟਾ ਨਾਲ ਅਸੀਂ ਕਰ ਕੀ ਸਕਦੇ ਹਾਂ? ਐਗਜ਼ੈਕਟ ਕਾਸਟ ਦੇ ਡਾਟਾ ਨਾਲ ਸਰਕਾਰ ਜੋ ਹੈ ਪਬਲਿਕ ਸਰਵਿਸ ਡਿਲੀਵਰੀ ਨੂੰ ਹੋਰ ਵਧੀਆ ਬਣਾ ਸਕਦੀ ਹੈ। ਪਹਿਲੀ ਚੀਜ਼, ਕੁਝ ਇਸ਼ੂ ਆ ਰਿਹਾ ਹੈ, ਚਲੋ पहली चीज है फर्स्ट सर्विस डिलीवरी जो है टारगेटेड बेसिस पे हो सकती है। ठीक है, कुछ इशू सी बट ठीक है आप कंटिन्यू करते हैं। पहली चीज आ होगी। दूजी चीज, सरकार ने जिन्नी भी पॉलिसी फॉर्मुलेशंस करने वो हुण एक ढंग तरीके नाल कर सकती है, पर किते ना किते क्रिटिक्स इनू लैके बहुत सारे इनू आर्ग्यू कर रहे। क्यों आर्ग्यू कर रहे वो समझने बहुत जरूरी है। पेपर दे विच इत्थे ही क्वेश्चन जो है बनेगा। जिवें कि हुण लेट्स से मेरी कास्ट अलग है, मेरी गोत्र अलग है, तो अगर आप देखिए लोग अपनी गोत्र ਨੂੰ ਕਾਸਟ ਨੂੰ ਤਾਂ ਆਪਾਂ ਨੂੰ ਮਲਟੀਪਲ ਇਦਾਂ ਦੇ ਐਰਰਸ ਦੇਖਣ ਨੂੰ ਮਿਲ ਸਕਦੇ ਆ ਕਿ ਜਿਵੇਂ ਸਪੈਲਿੰਗਸ 'ਚ ਮਿਸਟੇਕ ਹੋ ਗਈ ਤਾਂ ਉਹਦੇ ਨਾਲ ਆਪਾਂ ਨੂੰ ਐਗਜ਼ੈਕਟ ਪਾਰਟਿਕੂਲਰ ਕਾਸਟ ਦਾ ਡਾਟਾ ਜੋ ਹੈ ਨਹੀਂ ਦੇਖਣ ਨੂੰ ਮਿਲੂਗਾ। ਫਿਰ ਆਪਣੇ ਕੋਲ ਮਲਟੀਪਲ ਬਿਕੋਜ਼ ਆਫ ਸਰਨੇਮਸ, ਕਿਉਂਕਿ ਕੁਝ ਲੋਕ ਇਹਨੂੰ ਸਰਨੇਮਸ ਦੇ ਨਾਮ ਤੋਂ ਵੀ ਜਾਣਦੇ ਹੈ। ਸਰਨੇਮਸ ਦੇ ਨਾਮ ਤੇ ਅਗਰ ਕੋਈ ਬੰਦਾ ਆਪਦੀ ਬੇਸਿਕਲੀ ਡਾਟਾ ਨੂੰ ਲਗਾਉਂਦਾ ਹੈ ਤਾਂ ਉਹਦੇ ਨਾਲ ਆਪਣੇ ਕੋਲ ਬਹੁਤ ਸਾਰੀ ਇਦਾਂ ਦੀ ਕਾਸਟ ਆ ਜਾਣਗੀਆਂ ਜਿਨ੍ਹਾਂ ਨੂੰ ਬੇਸਿਕਲੀ ਰਿਲਾਈ ਕਰਨਾ ਜਿਨ੍ਹਾਂ ਤੇ ਕਿਤੇ ਨਾ ਕਿਤੇ ਮੁਸ਼ਕਿਲ ਹੋ ਜਾਏਗਾ। ਤੇ ਹੋਰ ਵੀ ਕਾਫੀ ਸਾਰੇ ਕ੍ਰਿਟਿਕਸ ਹੈ। ਇਹ ਮੇਜਰ ਇਸ਼ੂ ਹੈ ਕਿ ਕਾਸਟ ਦਾ ਡਾਟਾ ਤੁਸੀਂ ਕਲੈਕਟ ਕਰ ਰਹੇ ਹੋ ਸੈਂਸਸ ਦੇ 2027 ਦੇ ਵਿੱਚ, ਬਟ ਕੀ ਉਹ ਸੈਲਫ ਇਨਿਊਮਰੇਟ ਕਰਨਾ इक्वली अपने को वैलिड ते रिलायबल रहेगा या नहीं? ये बेसिकली अपना मेजर टॉपिक जो है इत्थों बन के आ रहा है।
ਤਾਂ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਕੁਐਸਚਨਸ ਕਿੱਦਾਂ ਕ੍ਰੀਏਟ ਹੋ ਸਕਦਾ ਹੈ, ਪਹਿਲਾ ਕੁਐਸਚਨ ਆਪਾਂ ਦੇਖੀਏ, examine the social political and administrative implication of introducing general caste enumeration and digital identifier ਜਿਵੇਂ ਕਿ ਆਧਾਰ ਐਂਡ ਮੋਬਾਈਲ ਨੰਬਰ into the decennial census framework। ਤਾਂ ਪਹਿਲਾਂ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਚੀਜ਼ ਸਮਝਣੀ ਪਊਗੀ ਕਿ ਕੁਐਸਚਨ ਦੇ ਵਿੱਚ ਕੀ ਹੈ ਕਿ ਜਿਹੜਾ ਤੁਸੀਂ ਕਾਸਟ ਇਨਿਊਮਰੇਸ਼ਨ ਕਰ ਰਹੇ ਹੋ, ਡਿਜੀਟਲ ਆਇਡੈਂਟੀਫਾਇਰ ਜਿਵੇਂ ਕਿ ਆਧਾਰ, ਜਿਵੇਂ ਕਿ ਮੋਬਾਈਲ ਨੰਬਰ ਨੂੰ ਤੁਸੀਂ ਇਨਿਊਮਰੇਟ ਕਰ ਰਹੇ ਹੋ, ਉਹਦੇ ਸੋਸ਼ਲ ਪੋਲੀਟੀਕਲ ਤੇ ਐਡਮਿਨਿਸਟ੍ਰੇਟਿਵ ਇੰਪਲੀਕੇਸ਼ਨਸ ਕੀ ਪੈ ਸਕਦੇ ਹੈ, ਪਹਿਲੀ ਚੀਜ਼। ਠੀਕ ਹੈ, ਹੁਣ ਜੇ ਅਗਰ ਆਪਾਂ ਨੂੰ ਇਹਦੀ ਨਿਊਜ਼ ਦਾ ਹੀ ਨਹੀਂ ਪਤਾ ਤਾਂ ਕਿਤੇ ਨਾ ਕਿਤੇ ਇਹਨੂੰ ਮੇਨਸ ਦੇ ਵਿੱਚ ਡੀਲ ਕਰਨਾ ਸਟੈਟਿਕ ਪਰਸਪੈਕਟਿਵ ਨਾਲ ਇੱਕ ਗਲਤ ਬੇਸਿਕਲੀ ਇਹ ਆਪਣੀ ਇੰਡੀਕੇਸ਼ਨ ਦੇਗਾ। ਫਿਰ ਡਿਸਕਸ ਦੇ ਚੈਲੰਜਸ ਐਸੋਸੀਏਟਡ ਵਿਦ ਓਪਨ ਕੋਲਮ ਡਾਟਾ ਕਲੈਕਸ਼ਨ ਮੈਥਡ, ਕਿ ਜਿਹੜਾ ਤੁਸੀਂ ਓਪਨ ਕੋਲਮ ਨੂੰ ਬੇਸਿਕਲੀ ਕੀਤਾ ਹੈ ਡਾਟਾ ਕਲੈਕਟ ਕਰਨ ਲਈ, ਉਹਦੇ ਕੀ ਚੈਲੰਜਸ ਹੈ ਤੇ ਅਲਟੀਮੇਟਲੀ ਆਪਾਂ ਨੂੰ ਵੇ ਫਾਰਵਰਡ ਵੀ ਇਹਦਾ ਦੇਖਣਾ ਪਊਗਾ। ਚਲੋ ਗੱਲ ਕਰਦੇ ਹਾਂ ਕਿ ਇਹਨੂੰ ਆਪਾਂ ਇੰਟਰੋਡਿਊਸ ਕਿਵੇਂ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਇੰਟਰੋਡਿਊਸ ਕਰਨਾ ਹੈ। ਇੰਟਰੋਡਕਸ਼ਨ ਦੇ ਵਿੱਚ ਡੈਫੀਨੇਟਲੀ ਜੋ ਪੇਪਰ ਦੇ ਵਿੱਚ ਬੇਸਿਕਲੀ ਕੁਐਸਚਨ ਦੇ ਵਿੱਚ ਐਗਜ਼ਾਮੀਨਰ ਨੇ ਵਰਡ ਯੂਜ਼ ਕੀਤੇ ਹੈ ਕਿ ਜਿਵੇਂ ਕਿ ਆਪਣੀ ਜੋ ਆਧਾਰ ਬੇਸਡ ਡਾਟਾ ਹੈ ਉਹ ਤੇ ਜੋ ਆਪਣਾ ਓਪਨ ਕਾਲਮ ਡਾਟਾ ਹੈ ਉਹ ਕਿਤੇ ਨਾ ਕਿਤੇ ਆਪਣਾ ਮੈਂਸ਼ਨਡ ਹੋਣਾ ਹੀ ਹੋਣਾ ਚਾਹੀਦਾ ਹੈ। ਅਗਰ ਇੰਟਰੋਡਕਸ਼ਨ ਤੁਹਾਡਾ ਇਹ ਦੋ ਕੀਵਰਡਸ ਦੇ ਅਰਾਊਂਡ ਹੈ ਦੈਟ ਮੀਨਸ ਤੁਹਾਡਾ ਇੰਟਰੋਡਕਸ਼ਨ ਰੈਲੀਵੈਂਟ ਹੈ। ਮੈਂ ਅੱਛੇ ਦੀ ਗੱਲ ਨਹੀਂ ਕਰ ਰਿਹਾ, ਸਭ ਤੋਂ ਪਹਿਲਾਂ ਆਪਣਾ ਮੋਟਿਵ ਇਹੀ ਹੋਣਾ ਚਾਹੀਦਾ ਹੈ ਕਿ ਆਪਾਂ ਇੰਟਰੋਡਕਸ਼ਨ ਨੂੰ ਰੈਲੀਵੈਂਟ ਬਣਾਈਏ, ਉਸ ਤੋਂ ਬਾਅਦ ਉਹਨੂੰ ਸਜਰਨਾ ਸਵਰਨਾ ਕਰਦੇ ਰਵਾਂਗੇ। ਫਿਰ ਆਂਦਾ ਹੈ ਬੋਡੀ ਦੇ ਵਿੱਚ ਉਹਨਾਂ ਨੇ ਕਿਹਾ ਸੋਸ਼ਲ ਪੋਲੀਟੀਕਲ ਤੇ ਐਡਮਿਨਿਸਟ੍ਰੇਟਿਵ ਇੰਪਲੀਕੇਸ਼ਨਸ। ਇੱਕ ਹੋਰ ਚੀਜ਼ ਬੱਚਿਆਂ ਦੀ ਅਕਸਰ ਇਹ ਚੀਜ਼ ਦੇਖੀ ਜਾਂਦੀ ਹੈ ਕਿ ਇੰਪਲੀਕੇਸ਼ਨਸ ਦਾ ਮਤਲਬ ਥੋੜਾ ਉਹ ਨੈਗੇਟਿਵ ਕੋਨੋਟੇਸ਼ਨ ਦੇ ਵਿੱਚ ਲੈ ਕੇ ਜਾਂਦੇ ਹੈ, ਪਰ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਸੋਸ਼ਲ ਪੋਲੀਟੀਕਲ ਇੰਪਲੀਕੇਸ਼ਨਸ ਨੂੰ ਅਲੱਗ ਬਣਾਉਣਾ ਪਏਗਾ ਤੇ ਐਡਮਿਨਿਸਟ੍ਰੇਟਿਵ ਇੰਪਲੀਕੇਸ਼ਨਸ ਨੂੰ ਅਲੱਗ ਬਣਾਉਣਾ ਪਏਗਾ। ਅਗੇਨ ਤੁਹਾਡੇ ਦੋਵਾਂ ਕੈਟੇਗਰੀਜ਼ ਦੇ ਵਿੱਚ ਪੁਆਇੰਟਸ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਹੋਣੇ ਚਾਹੀਦੇ। ਇਧਰ ਤੁਸੀਂ ਇਧਰੋਂ ਪੋਜ਼ਿਟਿਵ ਨੈਗੇਟਿਵ ਲਿਖ ਸਕਦੇ ਹੋ, ਠੀਕ ਹੈ, ਇਧਰ ਤੁਸੀਂ ਜਨਰਲੀ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਲਿਖ ਸਕਦੇ ਹੋ, ਪਰ ਤੁਸੀਂ ਸਿਰਫ ਇੱਕ ਸਾਈਡ ਇਹਦੀ ਨਹੀਂ ਲਿਖਣੀ। ਅਕਸਰ ਬੱਚੇ ਇਹਦੇ ਵਿੱਚ ਗਲਤੀ ਕਰਦੇ ਆ, ਇੰਪਲੀਕੇਸ਼ਨਸ ਨੂੰ ਨੈਗੇਟਿਵ ਕੋਨੋਟੇਸ਼ਨ ਦੇ ਵਿੱਚ ਲੈ ਜਾਂਦੇ ਹੈ। ਫਿਰ ਉਸ ਤੋਂ ਬਾਅਦ ਆਪਣਾ ਜੋ ਸੈਕੰਡ ਪਾਰਟ ਬਣੇਗਾ ਬੋਡੀ ਦਾ ਉਹ ਬਣੇਗਾ ਚੈਲੰਜਸ ਰਿਲੇਟਡ ਟੂ ਓਪਨ ਡਾਟਾ ਇਨਿਊਮਰੇਸ਼ਨ। ਉਸ ਤੋਂ ਬਾਅਦ ਆਪਾਂ ਨੂੰ ਕੀ ਕਰਨਾ ਹੈ ਵੇ ਫਾਰਵਰਡ, ਕਿ ਆਪਾਂ ਨੂੰ ਜੋ ਵੀ ਚੈਲੰਜਸ ਆਣਗੇ ਉਹਨੂੰ ਕਿਵੇਂ ਆਪਾਂ ਸੌਰਟ ਕਰਾਂਗੇ। ਅਲਟੀਮੇਟਲੀ ਆਪਾਂ ਨੂੰ ਇਹਦੇ ਕਨਕਲੂਜਨ ਤੇ ਆਣਾ ਪਊਗਾ। ਆਈ ਹੋਪ ਤੁਹਾਨੂੰ ਇਹਦੇ ਜੋ ਬੇਸਿਕਲੀ ਸਟਰਕਚਰ ਹੈ ਉਹ ਸਮਝ ਲੱਗ ਗਿਆ ਹੋਏਗਾ। ਹੁਣ ਆਪਾਂ ਡਿਸਕਸ ਕਰਦੇ ਹਾਂ ਮੋਡਲ ਆਨਸਰ ਨੂੰ। ਚਲੋ ਤਾਂ ਸਭ ਤੋਂ ਪਹਿਲਾਂ जो चीज मैं कही सी कि इंटीग्रेट करना है जनरल कास्ट इन्यूमरेशन एंड डिजिटल आइडेंटिफायर, अगर कास्ट इनटू द सेंसस ट्रांसफॉर्म करेगा ट्रेडिशनल काउंट बेस्ड के लिए जो सिस्टम अपना हाई स्टेक गवर्नेंस टूल सी ते बैलेंस प्रीसीजन वेलफेयर डिलीवरी विद कॉम्पलैक्स सोशल पॉलिटिकल प्राइवेसी चैलेंजेस। मतलब ਇਹਦੇ ਵਿੱਚ ਵੀ ਉਹਨੇ ਇੰਟਰੋਡਕਸ਼ਨ ਦੇ ਵਿੱਚ ਕੀ ਦਿੱਤਾ ਹੈ, ਪੋਜ਼ਿਟਿਵ ਵੀ ਮੁੱਦਾ ਰੱਖਿਆ ਹੈ ਤੇ ਨੈਗੇਟਿਵ ਮੁੱਦਾ ਵੀ ਰੱਖਿਆ ਹੈ ਕਿ ਆਪਣੇ ਕੋਲ ਚੈਲੰਜਸ ਵੀ ਹੈ ਪਰ ਆਪਣੇ ਕੋਲ ਇੱਕ ਪ੍ਰੀਸੀਜਨ ਵੈਲਫੇਅਰ ਡਿਲੀਵਰੀ ਦਾ ਮੈਕੈਨਿਜ਼ਮ ਵੀ ਇਹਦੇ ਨਾਲ ਜਨਰੇਟ ਹੋ ਰਿਹਾ ਹੈ। ਹੁਣ ਸੋਸ਼ਲ ਪੋਲੀਟੀਕਲ ਇੰਪਲੀਕੇਸ਼ਨਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਹੈ ਰੀਸ਼ੇਪਿੰਗ ਰਿਪਰੈਜ਼ੈਂਟੇਸ਼ਨ ਐਂਡ ਅਫਰਮੇਟਿਵ ਐਕਸ਼ਨ। ਹੁਣ ਰਿਪਰੈਜ਼ੈਂਟੇਸ਼ਨ ਤੇ ਅਫਰਮੇਟਿਵ ਐਕਸ਼ਨ ਕਿਵੇਂ ਹੋਏਗਾ। ਹੁਣ ਸਪੋਜ਼ ਕਰੋ ਆਪਾਂ ਜੋ SC ST ਨੂੰ ਲੈ ਕੇ ਪੋਪੂਲੇਸ਼ਨ 2011 ਦੇ ਬੇਸਿਸ ਤੇ ਬੇਸਿਕਲੀ ਜੋ ਆਪਾਂ ਉਹਨਾਂ ਤੇ ਟਾਰਗੇਟਡ ਡਿਲੀਵਰੀ ਬੇਸਿਕਲ ਜੋ ਵੀ ਵੈਲਫੇਅਰ ਮੈਕੈਨਿਜ਼ਮ ਲੈ ਰਹੇ ਸੀ, ਕਿਤੇ ਨਾ ਕਿਤੇ 15 ਸਾਲਾਂ ਦੇ ਵਿੱਚ ਬਹੁਤ ਸਾਰੇ ਚੇਂਜਸ ਆਏ ਹੋਣਗੇ। ਹੁਣ ਸਰਕਾਰ ਨੂੰ ਐਗਜ਼ੈਕਟ ਪਤਾ ਹੋਊਗਾ ਕਿਹੜੀ ਸਟੇਟ ਦੇ ਵਿੱਚ ਕਿਹੜੀ ਕਾਸਟ ਦੀ ਜੋ ਬੇਸਿਕਲੀ ਸਟਰੈਂਥ ਹੈ ਕਿੰਨੀ ਹੈ, ST ਦੀ ਸਟਰੈਂਥ ਓਵਰਆਲ ਕਿੰਨੀ ਹੈ, ਸਟੇਟ ਬੇਸਡ ਕਿੰਨੀ ਹੈ। ਤਾਂ ਐਟਲੀਸਟ ਇਹਦੇ ਨਾਲ ਸਰਕਾਰ ਬੇਸਿਕਲੀ ਜੋ ਰਿਪਰੈਜ਼ੈਂਟੇਸ਼ਨ ਹੈ ਉਹਨੂੰ ਇਨਸ਼ੋਰ ਕਰ ਪਾਊਗੀ ਕਿ ਰਿਪਰੈਜ਼ੈਂਟੇਸ਼ਨ ਚੰਗੀ ਹੋਵੇ। ਦੂਜਾ ਅਫਰਮੇਟਿਵ ਐਕਸ਼ਨ, ਜਿਵੇਂ ਆਪਾਂ ਸਬ ਕੈਟੇਗਰਾਈਜੇਸ਼ਨ ਆਫ ਕਾਸਟ ਦੀ ਗੱਲ ਕਰਦੇ ਹਾਂ ਤਾਂ ਰਿਜ਼ਰਵੇਸ਼ਨ ਦੇ ਬੈਨੀਫਿਟਸ ਜੋ ਕਿ ਸੂਡੋ ਬੈਨੀਫੀਸ਼ੀਅਰੀਜ਼ ਲੈ ਰਹੇ ਹੈ ਉਹ ਵੀ ਬੇਸਿਕਲੀ ਇਹਦੇ ਨਾਲ ਕੀ ਹੋਣਗੇ ਟਾਰਗੇਟ ਆਪਾਂ ਕਰ ਸਕਦੇ ਹਾਂ, ਜਿਵੇਂ ਕਿ ਐਵੀਡੈਂਸ ਬੇਸਡ ਪੋਲਿਸਿੰਗ। ਅਗਰ ਆਪਣੇ ਕੋਲ ਡਿਟੇਲਡ ਡੈਮੋਗ੍ਰਾਫਿਕ ਮੈਪਿੰਗ ਹੋਊਗੀ ਤਾਂ ਆਪਾਂ ਇੰਪੈਰੀਕਲ ਬੈਕਿੰਗ ਕਰਾਂਗੇ ਫॉर ਵੈਲਫੇਅਰ ਐਲੋਕੇਸ਼ਨ, ਫਿਲ ਕਰਾਂਗੇ ਲੌਂਗ ਸਟੈਂਡਿੰਗ ਡਾਟਾ ਗੈਪਸ ਰਿਗਾਰਡਿੰਗ ਅਦਰ ਬੈਕਵਰਡ ਕਲਾਸਿਸ ਐਂਡ ਜਨਰਲ ਕੈਟੇਗਰੀਜ਼ ਤੇ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਦੀ ਬੇਸਿਕਲੀ ਇਹਦੇ ਨਾਲ ਡਿਮਾਂਡ ਵੀ ਆਏਗੀ। ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਕਿਉਂਕਿ ਆਪਣੇ ਕਨਸਟੀਟਿਊਸ਼ਨ ਦਾ ਆਰਟੀਕਲ ਵੀ ਆਪਾਂ ਨੂੰ ਦਿੰਦਾ ਹੈ ਕਿ ਰਿਜ਼ਰਵੇਸ਼ਨ ਜੋ ਹੋਏਗੀ SC ST ਦੀ ਉਹ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਤੇ ਹੋਏਗੀ, ਤਾਂ ਇਹ ਚੀਜ਼ ਬੇਸਿਕਲੀ ਆਪਾਂ ਨੂੰ ਇਹਦੇ ਨਾਲ ਹੋਰ ਪ੍ਰਮੋਟ ਹੋਏਗੀ। ਫਿਰ ਹੈ ਕੰਪੀਟੀਟਿਵ backwardness, availability of the state benefits tied to caste status can incentivize groups to lobby for backward class categorization amplifying identity driven policy। ਇਹ ਬੇਸਿਕਲੀ ਇੱਥੋਂ ਦਾ ਹੋ ਗਿਆ ਨੈਗੇਟਿਵ
पॉइंट कि ऑल्दो ਅਫਰਮੇਟਿਵ ਐਕਸ਼ਨ ਹੋਣਾ ਜ਼ਰੂਰੀ ਹੈ ਕਿਉਂਕਿ ਆਪਣੇ ਕੋਲ ਕਿੰਨਾ ਸਾਰਾ ਹਿਸਟੋਰੀਕਲ ਜਸਟਿਸ ਇਨਜਸਟਿਸ ਦੇ ਕਰਕੇ ਆਪਾਂ ਇਹਨਾਂ ਨੂੰ ਬੇਸਿਕਲੀ ਰਿਜ਼ਰਵੇਸ਼ਨ ਜਾਂ ਹੋਰ ਜਿੰਨੇ ਵੀ ਅਫਰਮੇਟਿਵ ਬੈਨੀਫਿਟਸ ਆ ਉਹ ਦਿੱਤੇ ਸੀ ਪਰ ਇਹਦੇ ਨਾਲ ਹੋਏਗਾ ਕਿ ਕਿਉਂਕਿ ਉਹਨਾਂ ਨੂੰ ਬੈਨੀਫਿਟ ਜ਼ਿਆਦਾ ਮਿਲਣਗੇ ਤਾਂ ਅਲਟੀਮੇਟਲੀ ਇਹਦੇ ਨਾਲ ਆਪਾਂ ਨੂੰ ਆਈਡੈਂਟੀਟੀ ਬੇਸਡ ਪੋਲਿਟਿਕਸ ਬਹੁਤ ਜ਼ਿਆਦਾ ਦੇਖਣ ਨੂੰ ਦਿਖ ਸਕਦੀ ਹੈ। ਫਿਰ ਗੱਲ ਕਰਦੇ ਹਾਂ ਰੀਇਨਫੋਰਸਮੈਂਟ versus reconciliation of the social identities, deepening cleavages. Critic argue कर रहे हैं जो universal caste enumeration institutionalize करेगा ਕਾਸਟ ਕੌਨਸ਼ੀਅਸਨੈਸ ਨੂੰ ਹਾਰਡਨ ਕਰੇਗਾ ਸੋਸ਼ਲ ਸਟ੍ਰੈਟੀਫਿਕੇਸ਼ਨ ਨੂੰ ਜੋ ਕਿ ਤੁਹਾਡੇ ਕਨਸਟੀਟਿਊਸ਼ਨਲ ਦੇ ਆਈਡੀਅਲਸ ਦੇ ਕੰਟਰਰੀ ਹੋਏਗਾ ਜਿਵੇਂ ਕਿ ਫਰੈਟਰਨਿਟੀ ਡਰਿਵਨ ਇਗੈਲਿਟੇਰੀਅਨ ਸੋਸਾਇਟੀ ਤਾਂ ਫਰੈਟਰਨਿਟੀ ਤੇ ਇਗੈਲਿਟੇਰੀਅਨ ਜਿਹੋ ਜਿਹੇ ਜੋ ਤੁਹਾਡੇ ਕਨਸਟੀਟਿਊਸ਼ਨਲ ਪ੍ਰਿੰਸੀਪਲਸ ਹੈ ਕਿਤੇ ਨਾ ਕਿਤੇ ਪਿੱਛੇ ਨੂੰ ਹੋਣਗੇ ਕਿਉਂਕਿ ਆਪਾਂ ਕਾਸਟ ਬੇਸਡ ਬਹੁਤ ਜ਼ਿਆਦਾ ਇਨਿਊਮਰੇਸ਼ਨ ਕਰ ਰਹੇ ਹਾਂ ਤੇ ਆਪਾਂ ਨੂੰ ਫਰੈਗਮੈਂਟੇਸ਼ਨ ਦੇ ਕੇਸਿਸ ਵੀ ਦੇਖਣ ਨੂੰ ਮਿਲ ਸਕਦੇ ਆ। ਫਿਰ ਐਡਮਿਨਿਸਟ੍ਰੇਟਿਵ ਐਂਡ ਟੈਕਨੋਲੋਜੀਕਲ ਇੰਪਲੀਕੇਸ਼ਨ ਇਹਦੇ ਨਾਲ ਬੇਸਿਕਲੀ ਆਪਣੀ ਗਵਰਨੈਂਸ ਟਾਰਗੇਟਡ ਹੋਏਗੀ ਸਰਵੀਲੈਂਸ ਤੇ ਪ੍ਰਾਈਵੇਸੀ ਵੀ ਰੱਖੀ ਜਾਏਗੀ। ਲੌਜੀਕਲ ਟਰਾਂਸਫੋਰਮੇਸ਼ਨ ਦੇ ਵਿੱਚ ਕੀ ਹੈ ਡਿਜੀਟਲ ਫਸਟ ਆਰਕੀਟੈਕਚਰ ट्रांजिशन टू मोबाइल एप्लीकेशन एंड वैब बेस्ड सैल्फ इन्यूमरेशन पोर्टल रिड्यूस करेगा तो फिजिकल बॉटलनेक बट रेजिज डिजिटल एक्सक्लूजन कंसर्नस तो बेसिकली ये अपने को कुल मिला के पॉजिटिव पॉइंट तो नैगेटिव पॉइंट भी होने चाहिए ये ऑल दो चीज़ों को थोड़ा रैंडमली लिखा हुआ है कि पॉजिटिव फिर नैगेटिव पॉजिटिव नैगेटिव तुसीं इहनूं पॉजिटिव या नैगेटिव दे विच अलग अलग भी बना सकते हो बट ये नहीं मैंशन क्योंकि प्रैक्टिकली वह पॉसीबल नहीं है। पहला तुसीं इहनूं सोशल पॉलिटिकल दे विच वंडना है ठीक है फिर इनू तुसी एडमिनिस्ट्रेटिव दे विच वंडना है ये अंदर पॉजिटिव नैगेटिव ये अंदर पॉजिटिव नैगेटिव किते ना किते प्रैक्टिकलिटी नू खत्म करता है तो यही अपनी बेसिकली क्लासेस दा ऑब्जेक्टिव है कि जो एक्चुअल एग्जाम दे विच लिखा जा सकता आपां उस चीज़ नू डिस्कस करिए। चलो फिर चैलेंजेस एसोसिएटेड विद ओपन कॉलम डाटा कलेक्शन मेथड प्रोलिफरेशन ऑफ द अनस्टैंडर्डाइज्ड एंटिटीज बेसिकली ये की है अलाउइंग रिस्पोंडेंट टू फिल इन देयर कास्ट फ्रीली जनरेट करेगा मिलियंस ऑफ यूनिक अनवेरीफाइड टेक्स्ट स्ट्रिंग्स ਆਪਾਂ ਨੂੰ ਟਾਈਪੋ ਐਰਰਸ ਦੇਖ ਸਕਦੇ ਹਾਂ ਲੋਕਲ ਸਲੈਂਗ ਦੇਖਣ ਨੂੰ ਮਿਲ ਸਕਦੀ ਹੈ ਐਬਰੀਵੇਸ਼ਨਸ ਦੇਖਣ ਨੂੰ ਮਿਲ ਸਕਦੀ ਹੈ ਡਾਇਲੈਕਟ ਵੇਰੀਏਸ਼ਨਸ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ। ਫਿਰ ਹੈ ਕੋਲੋਸਲ डाटा क्लीनिंग मॉडल पोस्ट इन्यूमरेशन बेसिकली अपने को बहुत ज़्यादा एक मैनुअल कोडिंग हो जाएगी ठीक है नैचुरल लैंग्वेज कॉम्पलैक्स हो जाएगी तो इन्हू कैटेगराइज करना किते ना किते अगेन बहुत डिफिकल्ट चैलेंज जो है यह बन जाएगा। वल्नरेबिलिटी टू दी मिस क्लासिफिकेशन विदाउट अ प्री डिटरफाइंड टैक्सोनॉमी अपने को हले नहीं पता किन्ने अपने को डायलैक्ट्स है किन्ने अपने को एक्चुअल लैंग्वेजेस है रिस्पोंडेंट जो है वो कन्फ्लेट करेंगे गोत्रा अपने ऑक्यूपेशनल टाइटल अपने क्लैन नेम रिलीजियस सैक्ट विद फॉर्मल कास्ट नोमेनक्लेचर जिहदे नाल अपनी इंटीग्रिटी होगी डाटा दी वो किते ना किते खत्म हो बेसिकली की हो जाएगी वो इंटीग्रिटी खत्म होंदी आपां नूं दिख रही है। फिर सब्जेक्टिव ह्यूमन एरर इन एग्रीगेशन लैक ऑफ हिस्टोरिकल कंपैटिबिलिटी अगर ओपन कॉलम फॉर्मेट अल्टर करता है रिस्पॉन्स पैटर्न अक्रॉस डेनिसियल साइकिल जिहदे नाल लॉन्गिट्यूडनल एनालिसिस नहीं आपां देख सकते हिस्टरी दे नाल कंपेयर करके क्योंकि पिछला जो अपना 2011 का कास्ट सेंसस है सब पता सोशल इकोनॉमिक कास्ट सेंसस किते ना किते वो बहुत अच्छा रिस्पॉन्स ਉਹਦਾ नहीं आया सी ਤਾਂ सेम जी अगर आप देखिए हिस्टरी ਨਾਲ ਇਹਨੂੰ मैच करिए क्योंकि ਇਹਦੇ ਵਿੱਚ बहुत ही डिफरेंट चेंजेस है ਤਾਂ ਆਪਾਂ कंपैरिजन बेसिकली कर नहीं सकते हैं। ਹੁਣ ਅੱਗੇ क्वेश्चन ਆਂਦਾ कि ਆਪਾਂ ਨੂੰ ਕਰਨਾ ਕੀ ਚਾਹੀਦਾ है स्ट्रैटेजिक रिकमेंडेशंस ਤਾਂ ਸਭ ਤੋਂ ਪਹਿਲਾ है स्टैंडर्डाइज्ड टैक्सोनॉमी बनाइए कि गोत्र कास्ट ਕਿਹੜੀ ਤੁਸੀਂ बेसिकली मेंशन करना है हर चीज़ ਨੂੰ पता ਹੋਵੇ ਆ गोत्र इस कास्ट आएगी आ गोत्र इस कास्ट आएगी। फिर है ਆਪਾਂ ਨੂੰ ਲੈਜਿਸਲੇਟਿਵ ਸੇਫਗਾਰਡਸ ਵੀ ਲੈਣੇ ਪੈਣਗੇ रोबस्ट डाटा प्रोटेक्शन रेगुलेशन जिहदे नाल अपनी लिमिटेशंस वगैरह डाटा मिनिमाइजेशन इंस्क्रिप्शन ऑफ द डिजिटल आइडेंटिटी ये सब इंश्योर हो। इंक्लूसिव हाइब्रिड मेथोडोलॉजी मेंटेन फिजिकल पेपर बेस्ड असिस्टेड इन्यूमरेशन चैनल अलोंगसाइड डिजिटल पोर्टल्स टू प्रिवेंट द एक्सक्लूजन ऑफ मार्जिनलाइज्ड ऑफ द रूरल पॉपुलेशन तो अल्टीमेटली कंसेंसस ड्रिवन कैलिब्रेशन कुछ भी करांगे अपन को कंसेंसस बेस करनी चाहिए है। आई होप तुहानू इहदे जिन्ने भी इशूज़ है समझ आए होंगे। कनक्लूड आप किवें कर सकते हैं कास्ट डाटा ते डिजिटल आईडी अपन वेलफेयर फेयरली करन दे विच नो डाउट हेल्प करनगे पर स्ट्रॉन्ग प्राइवेसी लॉस ते स्टैंडर्ड डिजिटल सिस्टम नीडेड है टू प्रोटेक्ट सिटीजन डाटा एंड प्रिवेंट सोशल डिवीजन ताकि अपने जेडे भी कॉन्स्टिट्यूशनल आइडियल्स है वो बेसिकली आप इंश्योर कर पाइए। आई होप तुहानू ये टॉपिक इनू किवें पेपर दे विच क्वेश्चन क्रिएट हो सकता है उन्होंने आप किवें पेपर दे विच डील करना समझ आया होगा। मिलते हैं नेक्स्ट डे नेक्स्ट टॉपिक दे नाल। थैंक यू सो मच।